BA ਭਾਗ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਅੱਜ ਆਪਾਂ ਤੁਹਾਡੇ ਪਾਠਕ੍ਰਮ ਤੁਹਾਡੇ ਸਿਲੇਬਸ ਦੇ ਵਿੱਚ ਨਿਰਧਾਰਿਤ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਇਸ ਵਿੱਚ ਸ਼ਾਮਲ ਕੀਤੇ ਗਏ ਕਵੀ ਡਾਕਟਰ ਜਗਤਾਰ ਬਾਰੇ ਗੱਲ ਕਰਾਂਗੇ। ਡਾਕਟਰ ਜਗਤਾਰ ਦੇ ਜੀਵਨ ਵੇਰਵੇ ਦੀ ਗੱਲ ਕਰਾਂਗੇ ਆਪਾਂ, ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਗੱਲ ਕਰਾਂਗੇ ਆਪਾਂ, ਔਰ ਜਿਹੜੀਆਂ ਦੋ ਗਜ਼ਲਾਂ ਤੁਹਾਡੇ ਪਾਠਕ੍ਰਮ ਵਿੱਚ ਇਸ ਸਿਲੇਬਸ ਦੇ ਵਿੱਚ ਦਿੱਤੀਆਂ ਉਹਨਾਂ ਦੇ ਸਰਲ ਅਰਥਾਂ ਦੀ ਗੱਲ ਕਰਾਂਗੇ। ਨਾਲ ਹੀ ਡਾਕਟਰ ਜਗਤਾਰ ਬਾਰੇ, ਉਹਨਾਂ ਦੀਆਂ ਗਜ਼ਲਾਂ ਬਾਰੇ ਪੈਦਾ ਹੋਣ ਵਾਲੇ ਪ੍ਰਸ਼ਨਾਂ ਦੀ ਗੱਲ ਕਰਾਂਗੇ, ਉਹਨਾਂ ਦੇ ਉੱਤਰਾਂ ਦੀ ਗੱਲ ਕਰਾਂਗੇ, ਪ੍ਰਸੰਗ ਸਾਹਿਤ ਵਿਆਖਿਆ ਦੀ ਗੱਲ ਕਰਾਂਗੇ। ਡਾਕਟਰ ਜਗਤਾਰ ਦਾ ਜੀਵਨ ਵੇਰਵਾ 1935 ਤੋਂ ਲੈ ਕੇ 2010 ਦੇ ਕਾਲ ਵਿੱਚ ਫੈਲਿਆ ਹੋਇਆ। ਉਹਨਾਂ ਦਾ ਜਨਮ 1935 ਈਸਵੀ ਵਿੱਚ ਹੋਇਆ ਸੀ ਤੇ ਉਹਨਾਂ ਦੀ ਜਿਹੜੀ ਮੌਤ 2010 ਈਸਵੀ ਨੂੰ ਹੋਈ ਸੀ। ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਡਾਕਟਰ ਜਗਤਾਰ ਪ੍ਰਮੁੱਖ ਸ਼ਾਇਰ ਹੈ, ਪ੍ਰਮੁੱਖ ਕਵੀ ਹੈ। ਉਹਨਾਂ ਨੇ ਪੰਜਾਬੀ ਵਿੱਚ ਨਜ਼ਮ, ਗੀਤ, ਗਜ਼ਲ, ਖੋਜ ਅਤੇ ਆਲੋਚਨਾ ਦੇ ਕਾਰਜ ਰਾਹੀਂ ਆਪਣਾ ਇੱਕ ਵਿਲੱਖਣ ਸਥਾਨ ਬਣਾਇਆ ਹੋਇਆ ਹੈ। ਉਹਨਾਂ ਦੀ ਇੱਕ ਪਹਿਚਾਣ ਸੀਗੀ, ਖਾਸ ਪਹਿਚਾਣ ਸੀਗੀ। ਉਹਨਾਂ ਦਾ ਜਨਮ 6 ਜੂਨ 1935 ਈਸਵੀ ਨੂੰ ਮਾਤਾ ਗੁਰਚਰਨ ਕੌਰ ਅਤੇ ਪਿਤਾ ਨੱਥਾ ਸਿੰਘ ਦੇ ਘਰ ਪਿੰਡ ਰਾਜਗਮਾਲ, ਜ਼ਿਲ੍ਹਾ ਜਲੰਧਰ ਵਿੱਚ ਹੋਇਆ ਸੀ। ਡਾਕਟਰ ਜਗਤਾਰ ਨੇ ਪੰਜਾਬੀ, ਉਰਦੂ ਅਤੇ ਫਾਰਸੀ ਦੇ ਵਿੱਚ 3 ਭਾਸ਼ਾਵਾਂ ਦੇ ਵਿੱਚ ਹੀ MA ਕੀਤੀ ਸੀ। ਉਹਨਾਂ ਨੇ ਫਾਰਸੀ ਦੇ ਵਿੱਚ ਵੀ MA ਸੀ ਉਹਨਾਂ ਦੀ, ਉਰਦੂ ਦੇ ਵਿੱਚ ਵੀ MA ਸੀ ਤੇ ਪੰਜਾਬੀ ਦੇ ਵਿੱਚ ਵੀ MA ਸੀ। 3 MA ਉਹਨਾਂ ਦੀ ਭਾਸ਼ਾ ਦੇ ਖੇਤਰ ਦੇ ਵਿੱਚ ਸੀਗੀਆਂ ਤੇ ਜਿਹੜੀ PhD ਕੀਤੀ ਸੀ ਉਹਨਾਂ ਨੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਕੀਤੀ ਸੀ ਉਹਨਾਂ ਨੇ, ਤਾਂ ਹੀ ਉਹਨਾਂ ਦੇ ਨਾਂ ਨਾਲ ਡਾਕਟਰ ਜਗਤਾਰ ਸ਼ਬਦ ਲੱਗਦਾ ਹੈ। ਡਾਕਟਰ ਜਗਤਾਰ ਨੇ ਪੰਜਾਬੀ ਸਮੀਖਿਆ ਦੀ ਆਲੋਚਨਾ ਦੇ ਖੇਤਰ ਦੇ ਵਿੱਚ, ਖੋਜ ਦੇ ਖੇਤਰ ਦੇ ਵਿੱਚ ਅਤੇ ਅਨੁਵਾਦ ਸੰਪਾਦਨਾ ਦੇ ਖੇਤਰ ਵਿੱਚ ਬੜਾ ਹੀ ਪ੍ਰਸ਼ੰਸਾਯੋਗ, ਬੜਾ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਸਾਹਿਤ ਜਗਤ ਵੱਲੋਂ ਡਾਕਟਰ ਜਗਤਾਰ ਨੂੰ ਬਹੁਤ ਸਾਰੇ ਇਨਾਮ ਮਿਲੇ ਹੈ, ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ ਉਹਨਾਂ ਦੇ ਬਦਲੇ ਉਹਨਾਂ ਨੂੰ ਫਿਰ ਇਨਾਮ ਵੀ ਮਿਲੇ ਹੈ, ਇਨਾਮ, ਮਾਣ ਸਨਮਾਨ ਮਿਲੇ ਹੈ, ਪ੍ਰਾਈਜ਼ ਮਿਲੇ ਹੈ। ਦੁੱਧ ਪੱਥਰੀ ਕਾਵਿ ਸੰਗ੍ਰਹਿ ਜਿਹੜਾ ਸੀਗਾ 1961 ਈਸਵੀ ਦੇ ਵਿੱਚ, ਉਹਦੇ ਉੱਪਰ ਉਹਨੂੰ ਸਾਹਿਤ ਸਮੀਖਿਆ ਬੋਰਡ ਵੱਲੋਂ ਇੱਕ ਅਵਾਰਡ ਦਿੱਤਾ ਗਿਆ ਸੀਗਾ। ਸਾਹਿਤ ਟਰੱਸਟ ਢੁੱਡੀਕਿਆਂ ਵੱਲੋਂ ਵੀ ਕੋਈ ਅਵਾਰਡ ਮਿਲਿਆ ਸੀ 1981 ਈਸਵੀ ਨੂੰ। ਸ਼ੀਸ਼ੇ ਦਾ ਜੰਗਲ ਕਾਵਿ ਸੰਗ੍ਰਹਿ ਦੇ ਉੱਪਰ ਪੰਜਾਬ ਆਰਟਸ ਕੌਂਸਲ ਅਵਾਰਡ ਮਿਲਿਆ ਸੀ ਉਹਨਾਂ ਨੂੰ। 1991 ਈਸਵੀ ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਹਨਾਂ ਨੂੰ ਸ਼੍ਰੋਮਣੀ ਕਵੀ ਵਜੋਂ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਭਾਰਤੀ ਸਾਹਿਤ ਅਕਾਦਮੀ ਵੱਲੋਂ ਉਹਨਾਂ ਨੂੰ ਉਹਨਾਂ ਦੀ ਪੁਸਤਕ ਜੁਗਨੂ ਦੀਵਾ ਤੇ ਦਰਿਆ ਉੱਪਰ 1995 ਈਸਵੀ ਦੇ ਵਿੱਚ ਇਨਾਮ ਦਿੱਤਾ ਗਿਆ ਸੀ। 1995 ਈਸਵੀ ਦੀ ਪੰਜਾਬੀ ਦੀ ਸਰਵੋਤਮ ਕਿਤਾਬ ਐਲਾਨੀ ਗਈ ਸੀਗੀ ਭਾਸ਼ਾ ਸਾਹਿਤ ਅਕਾਦਮੀ ਵੱਲੋਂ, ਔਰ ਇਹਦੇ ਤੇ ਉਹਨੂੰ ਇਨਾਮ ਮਿਲਿਆ ਸੀਗਾ। ਉਹਨਾਂ ਦੇ ਜਿਹੜੇ ਪ੍ਰਮੁੱਖ ਕਾਵਿ ਸੰਗ੍ਰਹਿ ਹੈਗੇ ਆ, ਗਜ਼ਲ ਸੰਗ੍ਰਹਿ, ਕਾਵਿ ਸੰਗ੍ਰਹਿ ਜਿਹੜੇ ਹੈਗੇ ਉਹ ਹੈਗੇ ਆ ਰੁੱਤਾਂ ਰਾਂਗਲੀਆਂ 1957 ਈਸਵੀ, ਤਲਖੀਆਂ ਰੰਗੀਨੀਆਂ 1960, ਦੁੱਧ ਪੱਥਰੀ, ਅਧੂਰਾ ਆਦਮੀ, ਲਹੂ ਦੇ ਨਕਸ਼, ਛਾਂਗਿਆ ਰੁੱਖ, ਸ਼ੀਸ਼ੇ ਦੇ ਜੰਗਲ, ਜਜ਼ੀਰਿਆਂ ਵਿੱਚ ਘਿਰਿਆ ਸਮੁੰਦਰ, ਚੁਨੁਕਰੀ ਸ਼ਾਮ, ਜੁਗਨੂ ਦੀਵਾ ਤੇ ਦਰਿਆ, ਅੱਖਾਂ ਵਾਲੀਆਂ ਪੈੜਾਂ, ਪ੍ਰਵੇਸ਼ ਦਵਾਰ, ਮੋਮ ਦੇ ਲੋਕ, ਇਹ ਸਾਰੇ ਉਹਨਾਂ ਦੇ ਕਾਵਿ ਸੰਗ੍ਰਹਿ ਸੀਗੇ। ਉਹ 1957 ਤੋਂ ਲੈ ਕੇ 2006 ਦੇ ਕਾਲ ਵਿੱਚ ਫੈਲੇ ਹੋਏ ਸੀਗੇ। ਡਾਕਟਰ ਜਗਤਾਰ ਦੀ ਜਿਹੜੀ ਇੱਕ ਪਹਿਚਾਣ ਬਣਦੀ ਹੈ ਨਾ, ਇੱਕ ਜਿਹੜੀ ਉਹਨਾਂ ਦੀ ਪੰਜਾਬੀ ਸਾਹਿਤ ਦੇ ਵਿੱਚ ਇੱਕ ਵੱਖਰਾ ਮੁਕਾਮ ਬਣਦਾ ਹੈ, ਇੱਕ ਵੱਖਰੀ ਉਹਨਾਂ ਦੀ ਇਮੇਜ ਹੈਗੀ ਹੈ, ਉਹ ਕਿਸ ਕਰਕੇ ਹੈ ਕਿ ਉਹਨਾਂ ਨੇ ਆਪਣੀ ਪਹਿਚਾਣ ਨੂੰ ਪ੍ਰਗਤੀਸ਼ੀਲ, ਪ੍ਰਯੋਗਸ਼ੀਲ ਤੇ ਜੁਝਾਰੂ ਲਹਿਰਾਂ ਨਾਲ ਬੇਸ਼ੱਕ ਨਿਰੰਤਰ ਉਹਨਾਂ ਦਾ ਰਾਬਤਾ ਰਿਹਾ, ਸੰਬੰਧ ਰਿਹਾ, ਪਰ ਉਹਨਾਂ ਦੀ ਆਪਣੀ ਇੱਕ ਮੌਲਿਕ ਵਿਚਾਰਧਾਰਾ ਤੇ ਕਾਵਿ ਮੁਹਾਵਰਾ ਸੀਗਾ, ਜਿਹੜਾ ਕਾਵਿ ਮੁਹਾਵਰਾ ਸੀਗਾ ਉਹ ਵੀ ਕਾਇਮ ਰੱਖਿਆ। ਹੁਣ ਦੇਖੋ, ਇੱਕ ਪਾਸੇ ਪ੍ਰਗਤੀਸ਼ੀਲ ਕਾਵਿਧਾਰਾ ਸੀ ਪੰਜਾਬੀ ਦੀ, ਸ਼ਕਤੀਸ਼ਾਲੀ ਪ੍ਰਯੋਗਸ਼ੀਲ ਕਾਵਿਧਾਰਾ, ਜੁਝਾਰੂ ਲਹਿਰ, ਜੁਝਾਰੂ ਕਾਵਿਧਾਰਾ, ਇਹ ਜਿਹੜੀਆਂ ਕਾਵਿਧਾਰਾਵਾਂ ਸੀ ਇਹਨਾਂ ਦੀ ਆਪਣੀ ਇੱਕ ਪਹਿਚਾਣ ਸੀਗੀ। ਇਹਨਾਂ ਦੇ ਨਾਲ ਕਵੀ ਸੰਬੰਧ ਜ਼ਰੂਰ ਰੱਖਦਾ ਹੈ, ਪਰ ਉਹਦੀ ਆਪਣੀ ਇੱਕ ਮੌਲਿਕ ਵਿਚਾਰਧਾਰਾ ਤੇ ਕਾਵਿ ਮੁਹਾਵਰਾ ਸੀਗਾ, ਜਿਸ ਕਰਕੇ ਡਾਕਟਰ ਜਗਤਾਰ ਦੀ ਪਹਿਚਾਣ ਪੰਜਾਬੀ ਖੇਤਰ ਦੇ ਵਿੱਚ, ਪੰਜਾਬੀ ਕਵਿਤਾ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਪਹਿਚਾਣ ਹੈਗੀ, ਕਹਿ ਸਕਦੇ ਹਾਂ ਆਪਾਂ। ਹੁਣ ਡਾਕਟਰ ਜਗਤਾਰ ਨੇ ਜਿਹੜਾ ਪੰਜਾਬੀ ਕਾਵਿ ਖੇਤਰ ਦੇ ਵਿੱਚ ਕੰਮ ਕੀਤਾ ਸੀ ਨਾ, ਇੱਕ ਨਾਵਰੀ ਦਾ ਪ੍ਰਵਚਨ ਸਿਰਜਿਆ ਉਹਨੇ। ਨਾਵਰੀ ਦਾ ਪ੍ਰਵਚਨ ਕਿ ਇੱਕ ਅਜਿਹੇ ਮਨੁੱਖ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਅਜਿਹੇ ਮਨੁੱਖ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਦੁੱਖਾਂ ਦੇ ਵਿੱਚ, ਜਿਹੜਾ ਆਪਣੀਆਂ ਲੋੜਾਂ ਦੀ ਪੂਰਤੀ ਦੇ ਲਈ ਸੰਘਰਸ਼ ਕਰ ਰਿਹਾ ਸਮੇਂ ਦੀਆਂ ਸਰਕਾਰਾਂ ਦੇ ਨਾਲ,
ਉਸ ਮਨੁੱਖ ਨੂੰ ਲੜਨਾ ਸਿਖਾਉਣ ਦੀ ਗੱਲ ਕਰ ਰਿਹਾ ਆਪਣੀ ਕਵਿਤਾ ਦੇ ਵਿੱਚ। ਲੜਨਾ ਕਿਵੇਂ ਹੈ, ਆਪਣੇ ਹੱਕ ਕਿਵੇਂ ਲੈਣੇ ਆ, ਆਪਣੇ ਹੱਕ ਪ੍ਰਾਪਤ ਕਰਨੇ ਆ, ਕਿਸ ਤਰ੍ਹਾਂ ਕਰਨੇ ਆ, ਔਰ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਿਵੇਂ ਕਰਨੀ ਹੈ ਜਿਹੜਾ ਸਮਾਜ ਦੇ ਵਿੱਚ ਸਾਰੇ ਮਨੁੱਖ ਇੱਕ ਬਰਾਬਰ ਹੋਣ, ਬਰਾਬਰ ਦੀ ਉਹ ਸੋਚ ਰੱਖਦੇ ਹੋਣ, ਬਰਾਬਰ ਦੇ ਉਹ ਉਹਨਾਂ ਦੀ ਸਮਾਜ ਦੇ ਵਿੱਚ ਪਹਿਚਾਣ ਹੋਵੇ। ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਕੀ ਕੀਤਾ ਕਿ ਪੰਜਾਬੀ ਖੇਤਰ ਵਿੱਚ ਨਾਵਰੀ ਦਾ ਪ੍ਰਵਚਨ ਸਿਰਜਣ ਵਾਲਾ ਅਜਿਹਾ ਸਾਹਿਤਕਾਰ ਹੈ ਜਿਸ ਨੇ ਆਪਣੀ ਵਿਚਾਰਧਾਰਾ, ਕਾਵਿਦਾ ਅਤੇ ਜਿਹੜੀ ਉਹਦੀ ਕਾਵ ਸ਼ਿਲਪ ਸੀਗੀ ਉਹਦੇ ਵਿੱਚ ਆਪਣੇ ਇਸ ਸਮੁੱਚੀ ਤੇਵਰ ਨੂੰ, ਆਪਣੇ ਇਸ ਵਿਚਾਰਧਾਰਾ ਨੂੰ ਕਾਇਮ ਰੱਖਣ ਦੇ ਵਿੱਚ ਉਹ ਕਾਮਯਾਬ ਰਿਹਾ ਔਰ ਸਫਲਤਾਪੂਰਵਕ ਇਸ ਨੂੰ ਪੇਸ਼ ਕੀਤਾ ਹੈਗਾ। ਕੋਈ ਮਜਬੂਰੀ ਨਹੀਂ ਉਹਦੀ ਦੀ ਪਹਿਲੀ ਗਜ਼ਲ ਹੈ ਜਿਹੜੀ ਤੁਹਾਡੇ ਪਾਠਕ੍ਰਮ ਵਿੱਚ ਪੇਸ਼ ਕੀਤੀ ਗਈ ਹੈ, ਨਿਰਧਾਰਿਤ ਕੀਤੀ ਗਈ ਹੈ। ਇਸ ਗਜ਼ਲ ਦੇ ਵਿੱਚ ਤੇ ਇੱਕ ਜਿਹੜੀ ਦੂਸਰੀ ਗਜ਼ਲ ਤੁਹਾਡੀ ਸੋਚਦਾ ਹਾਂ, ਇਹਨਾਂ ਦੋਨਾਂ ਗਜ਼ਲਾਂ ਦੇ ਵਿੱਚ ਇੱਕ ਮੁਹੱਬਤ ਦੀ ਗੱਲ ਕੀਤੀ ਹੈ, ਪਿਆਰ ਦੀ ਗੱਲ ਕੀਤੀ ਹੈ। ਪਹਿਲੀ ਗਜ਼ਲ ਦੇ ਵਿੱਚ ਮਹਿਬੂਬ ਤੇ ਮਹਿਬੂਬਾ ਦਾ ਵਿਛੋੜਾ ਪੈ ਚੁੱਕਿਆ, ਕੋਈ ਮਜਬੂਰੀ ਨਹੀਂ ਦੇ ਵਿੱਚ। ਔਰ ਇਹ ਜਿਹੜਾ ਵਿਛੋੜਾ ਹੈਗਾ ਇਹਦੇ ਵਿੱਚ ਇੱਕ ਤਰਫ ਅਜਿਹੀ ਜ਼ਿੰਦਗੀ ਹੈਗੀ ਹੈ ਜਿਹਦੇ ਵਿੱਚ ਵਿਰਾਨਗੀ ਹੈ, ਇਕੱਲਾਪਣ ਹੈ। ਉਹ ਇਕੱਲਾ ਰਹਿੰਦਾ ਹੋਇਆ ਵੀ ਆਪਣੇ ਸਾਥੀ ਨੂੰ ਇੱਕ ਸੰਬੋਧਨੀ ਸੁਰ ਦੇ ਵਿੱਚ ਲਿਖਦਾ ਹੈ ਕਿ ਮੈਨੂੰ ਜੇਕਰ ਖਤ ਲਿਖਣਾ ਹੋਇਆ, ਜਦੋਂ ਤੇਰਾ ਜੀ ਕੀਤਾ ਲਿਖ ਦੇ, ਜੇ ਤੂੰ ਖੁਸ਼ ਹੈ ਤਾਂ ਕੋਈ ਗੱਲ ਨਹੀਂ, ਮੈਂ ਵੀ ਖੁਸ਼ ਹੈ ਆਪਣੇ ਪਾਸੇ ਤੋਂ। ਇਸ ਤਰ੍ਹਾਂ ਦੇ ਨਾਲ ਉਹਨੇ ਕੋਈ ਲਾਂਭਾ ਨਹੀਂ ਦਿੱਤਾ, ਪਰ ਉਹਨੇ ਆਪਣੇ ਮਨ ਦੀ ਇੱਕ ਸੱਧਰ ਨੂੰ ਪੇਸ਼ ਕੀਤਾ, ਪ੍ਰੇਮੀ ਮਨ ਦੀ ਖਾਹਿਸ਼ ਦਾ ਜ਼ਿਕਰ ਕੀਤਾ, ਜਿਸ ਵਿੱਚ ਵਿਛੜੇ ਮਹਿਬੂਬ ਨਾਲ ਇੱਕ ਨਿਰੰਤਰ ਰਿਸ਼ਤਾ ਬਣਾਈ ਰੱਖਣ ਦੀ ਚਾਹਤ ਹੈ ਬਸ ਸਿਰਫ। ਇਸ ਗਜ਼ਲ ਵਿੱਚ ਸੰਬੋਧਨੀ ਸੁਰ ਦੇ ਵਿੱਚ ਵਿਛੜੇ ਮਹਿਬੂਬ ਤੋਂ ਖਤ ਲਿਖੇ ਜਾਣ ਦੀ ਇੱਕ ਤਾਂਘ ਹੈ। ਇਹ ਤਾਂਘ ਉਮਰਾਂ ਤੱਕ ਫੈਲੀ ਹੋਈ ਹੈ ਵੀ ਸਾਰੀ ਉਮਰ ਹੀ ਇਹ ਚੀਜ਼ ਦੀ ਚਾਹਤ ਰਹਿੰਦੀ ਹੈ ਉਹਨੂੰ ਕਿ ਮੇਰਾ ਮਹਿਬੂਬ ਖੁਸ਼ ਰਹੇ, ਪਰ ਜੇ ਉਹ ਜਿੱਥੇ ਵੀ ਹੈ ਖੁਸ਼ ਰਹੇ, ਪਰ ਜਦੋਂ ਉਹਦਾ ਜੀ ਕਰੇ ਮੈਨੂੰ ਜ਼ਰੂਰ ਇੱਕ ਚਿੱਠੀ ਲਿਖ ਕੇ ਇੱਕ ਖਤ ਲਿਖੇ। ਇਸ ਤਰ੍ਹਾਂ ਦੇ ਵਿਚਾਰ ਇਸ ਪਹਿਲੀ ਗਜ਼ਲ ਦੇ ਵਿੱਚ ਕੋਈ ਮਜਬੂਰੀ ਨਹੀਂ, ਜੇ ਜੀ ਕਰਦਾ ਤਾਂ ਉਹਨੂੰ ਮੈਨੂੰ ਖਤ ਲਿਖੀ, ਇਹਦੇ ਵਿੱਚ ਪੇਸ਼ ਕੀਤਾ ਹੈਗਾ। ਦੂਸਰਾ ਜਿਹੜੀ ਗਜ਼ਲ ਹੈਗੀ ਹੈ ਨਾ, ਸੋਚਦਾ ਹਾਂ, ਇਹ ਵੀ ਬੜੀ ਭਾਵਪੂਰਨ ਗਜ਼ਲ ਹੈ। ਇਹਦੇ ਵਿੱਚ ਕਵੀ ਨੇ ਕੀ ਕੀਤਾ ਹੈਗਾ, ਇੱਕ ਆਪਣੇ ਮਹਿਬੂਬ ਜਾਂ ਆਪਣੀ ਮਹਿਬੂਬਾ ਦੇ ਨਾਂ ਇੱਕ ਖਤ ਲਿਖਣ ਦੀ ਕੋਸ਼ਿਸ਼ ਕਰ ਰਿਹਾ, ਇੱਕ ਵਿਚਾਰ ਲਿਖਣ ਦੀ ਕੋਸ਼ਿਸ਼ ਕਰ ਰਿਹਾ, ਇੱਕ ਚਿੱਠੀ ਲਿਖਣ ਦੀ ਕੋਸ਼ਿਸ਼ ਕਰ ਰਿਹਾ। ਉਹ ਜਿਹੜੀ ਚਿੱਠੀ ਦੇ ਵਿੱਚ ਦਰਦ, ਪੀੜ, ਉਦਾਸੀ, ਹਾਦਸੇ, ਸਦਮੇ, ਇਹ ਸਾਰਾ ਕੁਝ ਉਹਦੇ ਵਿੱਚ ਸਾਂਝਾ ਕਰਨਾ ਚਾਹੁੰਦਾ ਹੈ, ਪਰ ਉਸਨੂੰ ਇਹ ਨਹੀਂ ਲੱਗ ਰਿਹਾ ਪਤਾ ਵੀ ਮੈਂ ਕਿੱਥੋਂ ਸ਼ੁਰੂ ਕਰਾਂ ਗੱਲ ਤੇ ਕਿੱਥੇ ਖਤਮ ਕਰਾਂ, ਕਿਸ ਢੰਗ ਦੀ ਗੱਲ ਕਰਾਂ। ਮੇਰੇ ਲਿਖਣ ਨਾਲ ਕਿਤੇ ਜਿਹੜਾ ਮੇਰਾ ਮਿੱਤਰ ਹੈਗਾ, ਮੇਰਾ ਦੋਸਤ ਹੈਗਾ, ਮੇਰਾ ਵਿਛੜਿਆ ਹੋਇਆ ਮਹਿਬੂਬ ਹੈਗਾ, ਕਿਤੇ ਉਹ ਦੁਖੀ ਤਾਂ ਨਹੀਂ ਹੁੰਦਾ ਮੇਰੀ ਗਜ਼ਲ ਪੜ੍ਹ ਕੇ, ਮੇਰੀ ਕਵਿਤਾ ਪੜ੍ਹ ਕੇ ਜਾਂ ਮੇਰੇ ਖਤ ਪੜ੍ਹ ਕੇ। ਇਸ ਕਰਕੇ ਉਹ ਇਸ ਦੁਵਿਧਾ ਦੇ ਵਿੱਚ ਹੈ ਕਿ ਕੀ ਮੈਂ ਆਪਣੇ ਵਿਚਾਰ ਲਿਖ ਕੇ ਉਹਨੂੰ ਭੇਜਾਂ ਜਾਂ ਨਾ ਭੇਜਾਂ। ਤੇ ਐਂਡ ਦੇ ਉੱਪਰ ਫਿਰ ਉਹਦੇ ਬਾਰੇ ਇੱਕ ਰਿਜ਼ਲਟ ਕੱਢਦਾ, ਇੱਕ ਵਿਚਾਰ ਪੇਸ਼ ਕਰਦਾ। ਇਹ ਆਪਾਂ ਉਹਨਾਂ ਦੀ ਜਿਹੜੀ ਪੜ੍ਹਤ ਲੈ ਕੇ ਗਜ਼ਲਾਂ ਦੀ ਫਿਰ ਇਹਦੇ ਬਾਰੇ ਗੱਲ ਕਰਾਂਗੇ। ਪਹਿਲੀ ਗਜ਼ਲ ਦੀ ਗੱਲ ਕਰਦੇ ਹਾਂ ਆਪਾਂ, ਕੋਈ ਮਜਬੂਰੀ ਨਹੀਂ। ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖਤ ਲਿਖੀ, ਰਿਸ਼ਤਿਆਂ ਦੀ ਭੀੜ ਚੋਂ ਫੁਰਸਤ ਮਿਲੇ ਤਾਂ ਖਤ ਲਿਖੀ। ਫੁਰਸਤ ਹੁੰਦਾ ਹੈਗਾ ਬੇਹਲ, ਜੇਕਰ ਤੈਨੂੰ ਬੇਲ ਮਿਲਦੀ ਹੈ, ਤੈਨੂੰ ਥੋੜਾ ਬਹੁਤਾ ਟਾਈਮ ਮਿਲਦਾ ਤਾਂ ਤੂੰ ਮੈਨੂੰ ਇੱਕ ਖਤ ਜ਼ਰੂਰ ਲਿਖਦੀ। ਕੋਈ ਮਜਬੂਰੀ ਨਹੀਂ ਹੈਗੀ, ਜੇ ਤੇਰਾ ਜੀ ਕਰਦਾ, ਦਿਲ ਕਰਦਾ, ਜ਼ਰੂਰ ਮੈਨੂੰ ਖਤ ਲਿਖਦੀ। ਕੋਈ ਮਜਬੂਰੀ ਨਹੀਂ ਤੈਨੂੰ ਦੇ ਰਿਹਾ, ਮੈਂ ਕੋਈ ਮਜਬੂਰ ਨਹੀਂ ਕਰ ਰਿਹਾ। ਜਿਹੜੇ ਰਿਸ਼ਤੇ ਹੈਗੇ ਆ ਇਹਨਾਂ ਦੀ ਭੀੜ ਦੇ ਵਿੱਚੋਂ ਜਦੋਂ ਵੀ ਤੈਨੂੰ ਕਿਤੇ ਬੇਲ ਮਿਲੂਗੀ ਤਾਂ ਜ਼ਰੂਰ ਮੈਨੂੰ ਖਤ ਲਿਖਣਾ। ਹੁਣ ਅੱਗੇ ਕੁਐਸਚਨ ਕਰਦਾ, ਕੌਣ ਜਸ਼ਨਾਂ ਵਿੱਚ ਕਿਸੇ ਨੂੰ ਚਿੱਤ ਧਰੇ ਚੇਤੇ ਕਰੇ। ਕਹਿੰਦਾ ਜਦੋਂ ਜਸ਼ਨ ਹੁੰਦੇ ਆ, ਖੁਸ਼ੀਆਂ ਹੁੰਦੀਆਂ, ਖੁਸ਼ੀਆਂ ਵਾਲੇ ਮਾਹੌਲ ਦੇ ਵਿੱਚ ਕੌਣ ਕਿਸੇ ਨੂੰ ਕੋਈ ਯਾਦ ਕਰਦਾ। ਜ਼ਿੰਦਗੀ ਵਿੱਚ ਜਦ ਕਦੇ ਤਲਖੀ ਵਧੇ ਤਾਂ ਖਤ ਲਿਖੀ। ਤਲਖੀ ਹੁੰਦਾ ਹੈਗਾ ਦੁੱਖ, ਦਰਦ, ਵਿਛੋੜੇ ਦੀ ਭਾਵਨਾ ਔਰ ਦੁਖੀ ਮਨ। ਜਦੋਂ ਤੇਰਾ ਮਨ ਕਦੇ ਦੁਖੀ ਹੋਊਗਾ ਤਾਂ ਜ਼ਰੂਰ ਮੈਨੂੰ ਫਿਰ ਤੂੰ ਖਤ ਲਿਖਦੀ। ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਕੋਈ ਤਲਖੀ ਆਊਗੀ ਮੈਨੂੰ ਜ਼ਰੂਰ ਖਤ ਲਿਖਣਾ ਹੈ। ਬਹਾਰਾਂ ਦਾ ਅਜੇ ਮੌਸਮ, ਬਹਾਰਾਂ ਦਾ ਮੌਸਮ ਹੈ ਤੇਰੀ ਜ਼ਿੰਦਗੀ ਦੇ ਵਿੱਚ ਅਜੇ। ਤੂੰ ਜਮ ਜਮ ਮਾਣ ਇਸ ਨੂੰ ਤੂੰ ਜਮ ਜਮ ਕੇ ਮਾਣ। ਤੇਰੇ ਆਂਗਣ ਵਿੱਚ ਜਦੋਂ ਕਦੇ ਪੱਤੇ ਝੜੇ ਤਾਂ ਖਤ ਲਿਖੀ। ਆਂਗਣ ਹੁੰਦਾ ਵਿਹੜਾ, ਤੇਰੇ ਵਿਹੜੇ ਦੇ ਵਿੱਚ ਜੇਕਰ ਕਿਤੇ ਕੋਈ ਪੱਤ ਝੜ ਆਵੇ, ਕਿਤੇ ਉਦਾਸੀ ਛਾਵੇ ਤਾਂ ਜ਼ਰੂਰ ਮੈਨੂੰ ਖਤ ਲਿਖਣਾ ਹੈ। ਬਹਾਰਾਂ ਦਾ ਅਜੇ ਮੌਸਮ ਤੂੰ ਜਮ ਜਮ ਮਾਣ, ਇਹ ਤੇਰੇ ਆਂਗਣ ਵਿੱਚ ਜਦੋਂ ਪੱਤੇ ਝੜੇ ਤਾਂ ਖਤ ਲਿਖੀ। ਅਗਲੀ ਜਿਹੜਾ ਹੈਗਾ ਸ਼ੇਅਰ ਦੇ ਵਿੱਚ ਕੀ ਗੱਲ ਕੀਤੀ ਹੈ, ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਵੀ ਰੇਖਾ ਚੋਂ। ਮਹਿਕਦੇ ਮਹਿੰਦੀ ਭਰੇ
ਹੱਥਾਂ ਦੀ ਇੱਕ ਵੀ ਰੇਖਾ ਦੇ ਜੋ ਖੁਸ਼ੀਆਂ ਦੇ ਨਾਲ ਜਿਹੜੀ ਮਹਿੰਦੀ ਲਗਾਈ ਗਈ ਹੈ, ਉਹ ਮਹਿੰਦੀ ਦਾ ਰੰਗ ਚੜਿਆ, ਉਸ ਰੰਗ ਦੇ ਵਿੱਚੋਂ ਜੇਕਰ ਮੇਰੀ ਮੁਹੱਬਤ ਦਾ ਰੰਗ ਦਿਸਿਆ ਨਾ, ਤੂੰ ਮੈਨੂੰ ਖਤ ਲਿਖੀ। ਮਹਿੰਦੀ ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਵੀ ਰੇਖਾ ਚੋਂ ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖਤ ਲਿਖੀ। ਮੇਰੀ ਬੰਜਰ ਖਾਕ ਨੂੰ ਤਾਂ ਖਾਬ ਤੱਕ ਆਉਣਾ ਨਹੀਂ। ਹੁਣ ਦੇਖੋ ਆ ਗਜ਼ਲ ਇਸ ਮਿਡਲ ਦੇ ਵਿੱਚ ਆਇਆ ਸ਼ੇਰ, ਇਹਦੇ ਵਿੱਚ ਕੀ ਗੱਲ ਕੀਤੀ ਹੈ, ਮੇਰੀ ਬੰਜਰ ਖਾਕ, ਬੰਜਰ ਹੁੰਦਾ ਵੇਸਟਲੈਂਡ, ਉਹ ਭੂਮੀ ਜਿੱਥੇ ਕੋਈ ਚੀਜ਼ ਪੈਦਾ ਨਾ ਹੋਵੇ, ਕਲਰਾਂ ਵਾਲੀ ਭੂਮੀ। ਬੰਜਰ ਖਾਕ, ਖਾਕ ਹੁੰਦਾ ਹੈ ਜ਼ਮੀਨ ਮਿੱਟੀ ਨੂੰ, ਤਾਂ ਖਾਬ ਸੁਪਨਾ ਤੱਕ ਨਹੀਂ ਆਉਂਦਾ। ਇਹ ਤਾਂ ਕਹਿੰਦਾ ਵੀ ਮੇਰੀ ਜਿਹੜੀ ਜ਼ਿੰਦਗੀ ਹੈ, ਮੇਰੀ ਜ਼ਿੰਦਗੀ 'ਚ ਤਾਂ ਕਦੇ ਵੀ ਕੋਈ ਬਹਾਰ ਨਹੀਂ ਆਊਗੀ, ਮੈਨੂੰ ਪੱਕਾ ਪਤਾ। ਕਹਿੰਦਾ ਮੇਰੀ ਜ਼ਿੰਦਗੀ ਦੇ ਵਿੱਚ ਤਾਂ ਕੋਈ ਇੱਦਾਂ ਦਾ ਕਿ ਕਦੇ ਵੀ ਖੁਸ਼ੀ ਵਾਲਾ ਮਾਹੌਲ ਨਹੀਂ ਆਊਗਾ, ਮੈਨੂੰ ਪੱਕਾ ਪਤਾ। ਜਦ ਤੇਰੀ ਮਿੱਟੀ 'ਚ ਕੋਈ ਫੁੱਲ ਖਿੜੇ ਤਾਂ ਖਤ ਲਿਖੀ। ਮਿੱਟੀ ਦੇ ਵਿੱਚ ਫੁੱਲ ਖਿੜਨ ਤੋਂ ਭਾਵ ਜਦੋਂ ਤੇਰਾ ਪਰਿਵਾਰ ਅੱਗੇ ਵਧੇ, ਜਦੋਂ ਤੇਰੀ ਬੱਚੇ ਹੋਣ, ਉਹਨਾਂ ਬੱਚਿਆਂ ਦੀ ਸੁੱਖ ਸ਼ਾਂਤੀ ਦੀ ਖਤ ਮੈਨੂੰ ਜ਼ਰੂਰ ਤੂੰ ਲਿਖਣਾ। ਮੇਰੀ ਬੰਜਰ ਖਾਕ ਨੂੰ ਤਾਂ ਖੁਆਬ ਤੱਕ ਨਹੀਂ ਆਉਣਾ। ਕਹਿਣ ਦਾ ਭਾਵ ਕਿ ਮੇਰਾ ਸ਼ਾਇਦ ਜ਼ਿੰਦਗੀ 'ਚ ਮੈਰਿਜ ਵੀ ਨਹੀਂ ਹੋਣੀ, ਅੱਗੇ ਪਰਿਵਾਰ ਨਹੀਂ ਵਧੂਗਾ, ਪਰ ਜਦੋਂ ਜਿਹੜਾ ਤੇਰਾ ਪਰਿਵਾਰ ਵਧਿਆ ਹੋਇਆ, ਇਸ ਪਰਿਵਾਰ ਦੇ ਵਿੱਚ ਨਵਾਂ ਜੀ ਆਵੇ ਤਾਂ ਜ਼ਰੂਰ ਮੈਨੂੰ ਖਤ ਲਿਖਣਾ। ਜ਼ਿੰਦਗੀ ਦੇ ਹਰ ਪੜਾਅ, ਹਰ ਮੋੜ ਤੇ, ਹਰ ਪੈਰ ਤੇ, ਜਦ ਉਦਾਸੀ ਵਿੱਚ ਕਦੇ ਵੀ ਦਿਲ ਤੁਕੇ ਤਾਂ ਖਤ ਲਿਖੀ। ਕਹਿੰਦਾ ਜ਼ਿੰਦਗੀ ਦੀ ਹਰ ਇੱਕ ਮੋੜ ਦੇ ਉੱਪਰ, ਹਰ ਇੱਕ ਪੜਾਅ ਦੇ ਉੱਪਰ, ਜਦੋਂ ਵੀ ਕਹਿੰਦਾ ਤੈਨੂੰ ਕਿਤੇ ਦੁਖੀ ਹੋਵੇਂ ਤੂੰ, ਉਦਾਸੀ ਛਾਵੇ ਜ਼ਿੰਦਗੀ ਦੇ ਵਿੱਚ, ਤਾਂ ਜ਼ਰੂਰ ਮੈਨੂੰ ਤੂੰ ਖਤ ਲਿਖਣਾ, ਜ਼ਰੂਰ ਮੈਨੂੰ ਤੂੰ ਕੋਈ ਚਿੱਠੀ ਲਿਖਣੀ ਹੈ। ਮਹਿਫਲਾਂ ਵਿੱਚ ਚਾਰ ਯਾਰੀ ਵਿੱਚ ਕਿਤੇ ਉਤਸਵ 'ਚ ਵੀ, ਉਤਸਵ ਹੁੰਦਾ ਹੈਗਾ ਕੋਈ ਤਿਉਹਾਰ, ਕੋਈ ਅਜਿਹਾ ਤਿਉਹਾਰ ਜਿਹਦੇ 'ਚ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੋਵੇ। ਮਹਿਫਲਾਂ ਦੇ ਵਿੱਚ ਜਦੋਂ ਚਾਰ ਬੰਦੇ ਇਕੱਠੇ ਹੁੰਦੇ ਆ, ਚਾਰ ਯਾਰੀ, ਜਦੋਂ ਚਾਰ ਬੰਦੇ ਇਕੱਠੇ ਹੋ ਕੇ ਬਹਿ ਕੇ ਗੱਲਾਂ ਕਰਦੇ ਆ, ਉਹ ਸਮੇਂ ਤੇ ਤਿਉਹਾਰਾਂ ਦੇ ਸਮੇਂ ਜੇਕਰ ਮੇਰਾ ਜ਼ਿਕਰ ਛਿੜਦਾ, ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖਤ ਲਿਖੀ। ਜੇਕਰ ਮੇਰਾ ਜ਼ਿਕਰ ਜਦੋਂ ਹੋ ਰਿਹਾ ਹੁੰਦਾ, ਕਿਸੇ ਨੂੰ ਚੰਗਾ ਨਾ ਲੱਗੇ, ਉਹ ਚੁਭੇ, ਤਾਂ ਜ਼ਰੂਰ ਮੈਨੂੰ ਖਤ ਲਿਖਣਾ। ਸ਼ਹਿਰ ਪਰਬਤ ਵਾਦੀਆਂ ਵੇਖੇ ਜੋ ਮੇਰੇ ਨਾਲ ਤੂੰ, ਕਿਸ ਤਰ੍ਹਾਂ ਲੱਗੇ ਜੇ ਹੁਣ ਗੁਜ਼ਰੇ ਤਾਂ ਖਤ ਲਿਖੀ। ਕਹਿੰਦਾ ਵੀ ਜਿਹੜੇ ਆਪਾਂ ਜ਼ਿੰਦਗੀ ਦੇ ਵਿੱਚ ਇਕੱਠੇ ਰਹੇ ਸੀਗੇ, ਇਕੱਠੇ ਰਹਿ ਕੇ ਆਪਾਂ ਵੱਖ-ਵੱਖ ਤਰ੍ਹਾਂ ਦੇ ਕੋਈ ਟੂਰ ਲਾਏ ਸੀ, ਟ੍ਰਿਪ ਲਾਏ ਸੀ, ਉਹਨਾਂ ਟ੍ਰਿਪਾਂ ਦੇ ਵਿੱਚ, ਉਹਨਾਂ ਟੂਰਾਂ ਦੇ ਵਿੱਚ ਵੱਖ-ਵੱਖ ਸ਼ਹਿਰ ਦੇਖੇ ਸੀ, ਪਰਬਤ ਵੇਖੇ ਸੀ, ਵਾਦੀਆਂ ਵੇਖੀਆਂ ਸੀ, ਉਹ ਕਿਸ ਤਰ੍ਹਾਂ ਦੇ ਲੱਗੇ ਤੈਨੂੰ, ਤੇ ਜੇਕਰ ਅੱਜ ਆਪਾਂ ਉਸ ਤਰ੍ਹਾਂ ਦੇ ਦੇਖੀਏ ਤਾਂ ਤੈਨੂੰ ਕਿਸ ਤਰ੍ਹਾਂ ਦੇ ਲੱਗਣਗੇ। ਇਹ ਜੇ ਤੇਰੇ ਮਨ ਦੇ ਵਿੱਚ ਕੋਈ ਵਿਚਾਰ ਪੈਦਾ ਹੋਇਆ ਤਾਂ ਜ਼ਰੂਰ ਮੈਨੂੰ ਖਤ ਲਿਖਣਾ ਹੈ ਦੁਆ ਮੇਰੀ ਕਿ ਹਰ ਖੁਸ਼ੀ ਤੈਨੂੰ ਨਸੀਬ ਹੋਵੇ। ਹੈ ਦੁਆ ਮੇਰੀ ਕਿ ਹੋਵੇ ਹਰ ਖੁਸ਼ੀ ਤੈਨੂੰ ਨਸੀਬ, ਤੇਰੀ ਕਿਸਮਤ ਦੇ ਵਿੱਚ ਹਰ ਇੱਕ ਖੁਸ਼ੀ ਉਹ ਮਿਲ ਜਾਵੇ ਤੈਨੂੰ, ਮੇਰੀ ਇੱਕ ਦੁਆ ਹੈ ਰੱਬ ਅੱਗੇ, ਪ੍ਰਮਾਤਮਾ ਅੱਗੇ। ਸਹਿਜ ਸੁਭਾਵੀ ਪਰ ਕਦੇ ਜੇ ਅੱਖ ਭਰੇ ਤਾਂ ਖਤ ਲਿਖੀ। ਸਹਿਜ ਸੁਭਾਅ ਜੇ ਕਿਤੇ ਯਾਦ ਆਵੇ, ਜੇ ਕਿਤੇ ਅੱਖ ਭਰੇ, ਤੈਨੂੰ ਲੱਗੇ ਕਿ ਦੁਖੀ ਹੈ ਮਨ ਤੇਰਾ, ਤਾਂ ਜ਼ਰੂਰ ਮੈਨੂੰ ਖਤ ਲਿਖਣਾ। ਜੋ ਤੇਰਾ ਤੀਰਥ ਇਬਾਦਤ ਦੀਨ ਦੁਨੀਆ ਸੀ ਕਦੇ, ਹੁਣ ਕਿਤੇ ਜਗਤਾਰ ਉਹ ਤੈਨੂੰ ਮਿਲੇ ਤਾਂ ਖਤ ਲਿਖੀ। ਕਹਿੰਦਾ ਵੀ ਜ਼ਿੰਦਗੀ ਦੇ ਵਿੱਚ ਜਿਹਨੂੰ ਕਿਤੇ ਤੂੰ ਤੀਰਥ ਮੰਨਿਆ ਸੀ ਆਪਣਾ, ਜਿਹਨੂੰ ਤੂੰ ਆਪਣਾ ਧਰਮ ਮੰਨਿਆ ਸੀਗਾ, ਇਬਾਦਤ, ਪੂਜਾ, ਦੀਨ ਦੁਨੀਆ, ਸਾਰਾ ਕੁਝ ਜਿਹਨੂੰ ਮੰਨਿਆ ਸੀ, ਜੇਕਰ ਉਹ ਤੀਰਥ ਵਾਲਾ ਇਨਸਾਨ ਜਗਤਾਰ ਤੈਨੂੰ ਕਦੇ ਵੀ ਜ਼ਿੰਦਗੀ 'ਚ ਮਿਲ ਜਾਵੇ ਤਾਂ ਖਤ ਲਿਖਦੀ। ਸੋ ਵਿਦਿਆਰਥੀਓ, ਇਸ ਗਜ਼ਲ ਦੇ ਵਿੱਚ ਕਵੀ ਨੇ ਬੜੇ ਹੀ ਭਾਵਪੂਰਨ ਢੰਗ ਦੇ ਨਾਲ ਇੱਕ ਵਿਸ਼ਾ ਲੈਤਾ, ਮੁਹੱਬਤ ਦਾ ਵਿਸ਼ਾ। ਇਹਦੇ ਵਿੱਚ ਮਹਿਬੂਬ ਵੀ ਹੋ ਸਕਦੀ ਹੈ, ਮਹਿਬੂਬਾ ਵੀ ਹੋ ਸਕਦੀ ਹੈ। ਮਹਿਬੂਬ ਖਤ ਲਿਖ ਸਕਦਾ ਜਾਂ ਮਹਿਬੂਬਾ ਖਤ ਲਿਖ ਸਕਦੀ ਹੈ ਆਪਣੇ ਸਾਥੀ ਨੂੰ, ਆਪਣੇ ਮਿੱਤਰ ਨੂੰ। ਉਹਦੇ ਬਾਰੇ ਜ਼ਿਕਰ ਕੀਤਾ ਹੈ, ਔਰ ਕੋਈ ਇਹਦੇ 'ਚ ਲਾਂਭਾ ਨਹੀਂ ਹੈਗਾ। ਸਿੰਪਲ ਵਿਚਾਰ ਪੇਸ਼ ਕੀਤੇ ਹੈਗੇ, ਖੁਸ਼ੀ ਦੀ ਕਾਮਨਾ ਕੀਤੀ ਗਈ ਹੈਗੀ, ਵਧੀਆ ਜ਼ਿੰਦਗੀ ਦੀ ਕਾਮਨਾ ਕੀਤੀ ਗਈ ਹੈ ਉਹਦੀ ਦੀ, ਵੀ ਤੂੰ ਖੁਸ਼ ਰਵੇਂ, ਤੇਰੀ ਖੁਸ਼ੀ ਦੇ ਵਿੱਚ ਹੀ ਮੇਰੀ ਖੁਸ਼ੀ ਹੈ। ਦੂਸਰੀ ਕਵਿਤਾ, ਦੂਸਰੀ ਗਜ਼ਲ, ਸੋਚਦਾ ਹਾਂ ਮਹਿਕ ਦੀ ਲਿਪੀ 'ਚ ਤੇਰਾ ਨਾਂ ਲਿਖਾਂ, ਪਰ ਕਿਤੇ ਮਹਿਫੂਜ਼ ਕੋਈ ਥਾਂ ਮਿਲੇ ਤਾਂ ਲਿਖਾਂ। ਕਹਿੰਦਾ ਮੈਂ ਸੋਚ ਰਿਹਾ ਗੱਲ, ਇਹ ਮੈਂ ਗੱਲ ਮਨ ਦੇ ਵਿੱਚ ਦੇਖ ਰਿਹਾ ਕਿ ਜੇਕਰ ਕੋਈ ਮਹਿਕ ਭਰੀ ਲਿਪੀ ਮੈਨੂੰ ਮਿਲ ਜਾਵੇ, ਮਹਿਕ ਭਰੀ ਲਿਪੀ ਦੇ ਵਿੱਚ ਤੇਰਾ ਮੈਂ ਨਾਂ ਲਿਖਣਾ ਚਾਹੁੰਦਾ। ਜੇ ਕਿਤੇ ਮਹਿਫੂਜ਼ ਹੁੰਦਾ, ਸੁਰੱਖਿਅਤ ਜਗ੍ਹਾ, ਕੋਈ ਸੁਰੱਖਿਅਤ ਜਗ੍ਹਾ ਮਿਲੇ ਤਾਂ ਹੀ ਮੈਂ ਤੈਨੂੰ ਇਹ ਲਿਖਣਾ ਚਾਹੁੰਦਾ, ਤੇਰਾ ਨਾਂ ਤਾਂ ਹੀ ਲਿਖਣਾ ਚਾਹੁੰਦਾ। ਮੈਂ ਤੇਰਾ ਨਾਂ ਇੱਕ ਅਜਿਹੇ ਵਧੀਆ ਥਾਂ ਦੇ ਉੱਪਰ ਲਿਖਣਾ ਚਾਹੁੰਦਾ, ਇਹ ਜਿਹੀ ਲਿਪੀ 'ਚ ਲਿਖਣਾ ਚਾਹੁੰਦਾ, ਤੇ ਉਹ ਸੁਰੱਖਿਅਤ ਥਾਂ ਦੇ ਉੱਪਰ ਲਿਖਣਾ ਚਾਹੁੰਦਾ। ਨਾਮ ਤੇਰਾ ਮੈਂ ਲਿਖਾਂ ਆਗਾਜ਼ ਵਿੱਚ ਮਹਿੰਦੀ ਦੇ ਨਾਲ। ਜਦੋਂ ਮੈਂ ਕਹਿੰਦਾ ਇਹ ਨਾਂ ਲਿਖਾਂ ਸ਼ੁਰੂ ਦੇ ਵਿੱਚ, ਆਗਾਜ਼ ਹੁੰਦਾ ਸ਼ੁਰੂ ਦੇ ਵਿੱਚ, ਉਹ ਮਹਿੰਦੀ ਦੇ ਨਾਲ, ਸ਼ਗਨਾਂ ਦੇ ਨਾਲ ਲਿਖਾਂ। ਅੰਤ ਵਸ ਖਤ ਵਿੱਚ ਲਹੂ ਦੇ ਨਾਲ ਤੇਰਾ ਹਾਂ ਲਿਖਾਂ। ਕਹਿੰਦਾ ਜਦੋਂ ਮੇਰਾ ਖਤ ਅੰਤ ਹੋਊਗਾ, ਸ਼ੁਰੂ ਦੇ ਵਿੱਚ ਤੇਰਾ ਨਾਂ ਹੋਊਗਾ, ਉਹ ਮਹਿੰਦੀ ਭਰਿਆ ਨਾ ਹੋਵੇ, ਉਹ ਸ਼ਗਨਾਂ ਵਾਲਾ ਨਾਂ ਹੋਊਗਾ। ਅੰਤ ਦੇ ਵਿੱਚ ਜਦੋਂ ਮੈਂ ਆਪਣਾ ਨਾਂ ਲਿਖੂੰਗਾ ਤਾਂ ਉਹ ਲਹੂ ਦੇ ਨਾਲ ਤੇਰਾ ਹਾਂ
यही लिखां, कहता मैं अपने लहू दे नाल अपना नाम लिखां। फिर सोचां लिखण तो पहलों ही जो गिला हो गया, भेज देवां बरक खाली, होर कुछ भी ना लिखां। बरक हुंदा गा पेज, कहना मैं लिखण बैठा सीगा, किसी दी याद आई सी मैनूं, ਉਹ याद दे नाल ही मैनूं ਅੱਖਾਂ ਦੇ ਵਿੱਚ ਹੰਝੂ ਆਏ, ਅੱਖਾਂ ਦੇ ਹੰਝੂ ਆਉਣ ਦੇ ਨਾਲ ਉਹ ਜਿਹੜਾ ਪੇਜ ਆ ਭਿੱਜ ਜਾਂਦਾ ਤੇ ਮੈਨੂੰ ਲਿਖਦਾ ਵੀ ਮੈਂ ਹੁਣ ਲਿਖਾਂ ਕੀ ਇਹਦੇ ਤੇ, ਇਹ ਤਾਂ ਪਹਿਲਾਂ ਹੀ ਭਿੱਜ ਗਿਆ ਤੇ ਖਾਲੀ ਪੇਜ ਹੀ ਮੈਂ ਤੇਰੇ ਨਾਂ ਤੇ ਭੇਜ ਦੇਵਾਂ, ਕਿਉਂਕਿ ਇਸ ਖਾਲੀ ਪੇਜ ਨੂੰ ਦੇਖ ਕੇ ਹੀ ਤੂੰ ਸਾਰਾ ਕੁਝ ਸਮਝ ਲਵੇਂ। ਇਹ ਵੀ ਸੋਚਾਂ ਉਸ ਨੂੰ ਪਲ ਪਲ ਦੀ ਲਿਖਾਂ ਸਾਰਾ ਹਵਾਲ, ਕਹਿੰਦਾ ਮਨ ਦੇ ਵਿੱਚ ਇਹ ਵੀ ਸੋਚ ਆਉਂਦੀ ਹੈ, ਇਹ ਵੀ ਸੋਚਾਂ ਉਸ ਨੂੰ ਪਲ ਪਲ ਦਾ ਲਿਖਾਂ ਸਾਰਾ ਹਵਾਲ। ਹਵਾਲ ਹੁੰਦਾ ਸਮੁੱਚਾ ਹਾਲ, ਸਮੁੱਚੀ ਆਪਣੀ ਜਿਹੜੀ ਹੋਂਦ ਹੈ ਉਹਦੀ ਕਿਸ ਤਰ੍ਹਾਂ ਦਾ ਹਾਲ ਹੋ ਗਿਆ, ਕਿਸ ਤਰ੍ਹਾਂ ਦਾ ਉਹਦਾ ਤੁਸੀਂ ਕਹਿ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਪੀੜਾ ਦੇ ਵਿੱਚੋਂ ਲੰਘ ਰਿਹਾ ਹੈ, ਕਿਸ ਤਰ੍ਹਾਂ ਦੇ ਦਰਦ ਦੇ ਵਿੱਚੋਂ ਲੰਘ ਰਿਹਾ, ਇਹ ਸਾਰਾ ਹਾਲ ਆਪਣਾ ਮੈਂ ਲਿਖ ਕੇ ਤੈਨੂੰ ਭੇਜ ਦੇਵਾਂ, ਸਮੁੱਚੇ ਹਵਾਲੇ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਦੇਵਾਂ। ਕਿਸ ਤਰ੍ਹਾਂ ਫਜ਼ਰਾਂ ਤੇ ਲੰਘਣ, ਕਿਸ ਤਰ੍ਹਾਂ ਸ਼ਾਮਾਂ ਲਿਖਾਂ। ਫਜ਼ਰਾਂ ਹੁੰਦਾ ਸਵੇਰ ਦਾ ਸਮਾਂ, ਕਿਸ ਤਰ੍ਹਾਂ ਨਾਲ ਸਵੇਰ ਦਾ ਸਮਾਂ ਨਿਕਲ ਰਿਹਾ ਹੈ ਤੇ ਕਿਸ ਤਰ੍ਹਾਂ ਦੇ ਨਾਲ ਸ਼ਾਮ ਨਿਕਲ ਰਹੀ ਹੈ ਮੇਰੀ, ਇਹ ਸਾਰੇ ਹਾਲ ਮੈਂ ਹਾਲ ਹਵਾਲ ਮੇਰਾ ਆਪਣਾ ਸਾਰਾ ਲਿਖ ਕੇ ਤੈਨੂੰ ਭੇਜ ਦੇਵਾਂ। ਮੇਰੇ ਮਨ ਦੇ ਵਿੱਚ ਕਿਸ ਤਰ੍ਹਾਂ ਦੇ ਕਿਤੇ ਨਾ ਕਿਤੇ ਇਹ ਖਿਆਲ ਵੀ ਆਉਂਦਾ ਹੈ। ਇਹ ਵੀ ਸੋਚਾਂ ਉਸ ਨੂੰ ਪਲ ਪਲ ਦਾ ਲਿਖਾਂ ਸਾਰਾ ਹਵਾਲ, ਕੱਲੇ ਕੱਲੇ ਸਮੇਂ ਦਾ, ਕੱਲੇ ਕੱਲੇ ਪਲ ਦਾ ਆਪਣਾ ਸਾਰਾ ਹਾਲ, ਆਪਣੀ ਸਾਰੀ ਹਾਲਾਤ, ਆਪਣੀ ਸਾਰੀ ਹਾਲਤ ਜੋ ਮੇਰੀ ਹੈਗੀ ਆ ਉਹ ਲਿਖ ਕੇ ਤੈਨੂੰ ਭੇਜਾਂ। ਕਿਸ ਤਰ੍ਹਾਂ ਮੇਰੀਆਂ ਫਜਰਾਂ ਸਵੇਰਾਂ ਗੁਜ਼ਰਦੀਆਂ, ਕਿਸ ਤਰ੍ਹਾਂ ਮੇਰੀਆਂ ਸ਼ਾਮਾਂ ਲੰਘਦੀਆਂ, ਇਹਦੇ ਬਾਰੇ ਤੈਨੂੰ ਲਿਖ ਕੇ ਭੇਜਾਂ। ਫਿਰ ਸੋਚਾਂ ਪੜ੍ਹ ਕੇ ਖੱਤ ਐਵੇਂ ਨਾ ਹੋ ਜਾਵੇ ਉਦਾਸ, ਇਸ ਲਈ ਉਸ ਨੂੰ ਨਾ ਕੋਈ ਹਾਦਸਾ ਸਦਮਾ ਲਿਖਾਂ। ਕਹਿੰਦਾ ਵੀ ਮੈਂ ਆਪਣੇ ਜ਼ਿੰਦਗੀ ਦੇ ਵਿੱਚ ਜਿਹੜੇ ਹਾਦਸੇ ਵਾਪਰੇ ਆ, ਆਪਣੀ ਜ਼ਿੰਦਗੀ ਦੇ ਜਿਹੜੇ ਸਦਮੇ ਲੱਗੇ ਆ, ਉਹਨਾਂ ਨੂੰ ਮੈਂ ਇਸ ਕਰਕੇ ਨਹੀਂ ਲਿਖਣਾ ਚਾਹੁੰਦਾ ਕਿ ਮੇਰਾ ਜਿਹੜਾ ਖੱਤ ਪੜ੍ਹ ਕੇ ਕਿਤੇ ਉਦਾਸ ਨਾ ਹੋ ਜਾਵੇ, ਤੂੰ ਕਿਤੇ ਦੁਖੀ ਨਾ ਹੋ ਜਾਵੇਂ, ਇਸ ਕਰਕੇ ਮੈਂ ਇਸ ਤਰ੍ਹਾਂ ਦੇ ਹਾਲ ਹਵਾਲ ਆਪਣੇ ਇਸ ਖੱਤ ਦੇ ਵਿੱਚ, ਆਪਣੇ ਇਸ ਚਿੱਠੀ ਦੇ ਵਿੱਚ ਨਹੀਂ ਲਿਖਣਾ ਚਾਹੁੰਦਾ। ਇਸ ਲਈ ਅੱਜ ਤੀਕ ਲਿਖ ਸਕਿਆ ਨਹੀਂ ਇੱਕ ਹਰਫ ਵੀ, ਹਰਫ ਹੁੰਦਾ ਇੱਕ ਵੀ ਅੱਖਰ, ਇਸੇ ਕਰਕੇ ਕਹਿੰਦਾ ਮੈਂ ਅੱਜ ਤੱਕ ਤੈਨੂੰ ਕੋਈ ਵੀ ਚਿੱਠੀ, ਕੋਈ ਵੀ ਪੱਤਰ ਨਹੀਂ ਲਿਖ ਸਕਿਆ, ਇੱਕ ਵੀ ਅੱਖਰ ਨਹੀਂ ਲਿਖ ਸਕਿਆ। ਸੋਚਦਾ ਹਾਂ ਉਸ ਨੂੰ ਆਖਰ ਕੀ ਲਿਖਾਂ ਕੀ ਨਾ ਲਿਖਾਂ। ਫਿਰ ਮਨ ਦੇ ਵਿੱਚ ਆਉਂਦਾ ਵੀ ਮੈਂ ਕੀ ਲਿਖਾਂ, ਕੀ ਛੱਡਾਂ, ਕੀ ਪੇਸ਼ ਕਰਾਂ, ਇਹ ਮੇਰੇ ਮਨ ਦੇ ਵਿੱਚ ਇੱਕ ਸੋਚ ਆਉਂਦੀ ਹੈ। ਫਿਰ ਸੋਚਾਂ ਸਾਡਾ ਹੁਣ ਰਿਸ਼ਤਾ ਹੀ ਕਿਹੜਾ ਰਹਿ ਗਿਆ। ਹੁਣ ਮਨ ਦੇ ਵਿੱਚ ਫਿਰ ਕਹਿੰਦਾ ਇੱਕ ਸਵਾਲ ਆਉਂਦਾ ਮੇਰੇ ਵੀ, ਸਾਡਾ ਹੁਣ ਕਿਹੜਾ ਰਿਸ਼ਤਾ ਰਹਿ ਗਿਆ, ਜ਼ਿੰਦਗੀ ਨੇ ਤਾਂ ਸਾਰਾ ਕੁਝ ਖੋਹ ਲਿਆ, ਸਾਡੇ ਰਿਸ਼ਤੇ ਖੋਲੇ ਆ, ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ ਹੈ ਤੂੰ, ਮੈਂ ਕਿਸ ਰਿਸ਼ਤੇ ਦੇ ਨਾਂ ਤੇ ਖੱਤ ਲਿਖਾਂ, ਜੇ ਲਿਖਾਂ ਤਾਂ ਕਿਹੜੇ ਨਾਂ ਤੇ ਖੱਤ ਮੈਂ ਉਸ ਦੇ ਨਾਂ ਲਿਖਾਂ, ਕਿਹੜਾ ਰਿਸ਼ਤਾ ਬਣਾ ਕੇ ਮੈਂ ਉਹਦੇ ਨਾਂ ਤੇ ਖੱਤ ਲਿਖਾਂ। ਇਸ ਕਰਕੇ ਵਿਦਿਆਰਥੀਓ ਇਸ ਗਜ਼ਲ ਦੇ ਵਿੱਚ ਕਵੀ ਇੱਕ ਦੁਵਿਧਾ ਦੇ ਵਿੱਚ ਹੈ ਔਰ ਆਪਣੇ ਜਿਹੜਾ ਹਾਲ ਹੈ ਉਹ ਲਿਖਣਾ ਚਾਹੁੰਦਾ ਹੈਗਾ ਆਪਣੇ ਸਾਥੀ ਅੱਗੇ, ਆਪਣੇ ਦੋਸਤ ਅੱਗੇ, ਆਪਣੇ ਮਹਿਬੂਬ, ਆਪਣੀ ਮਹਿਬੂਬਾ ਦੇ ਅੱਗੇ। ਸੋ ਇਹਨਾਂ ਦੋਨਾਂ ਗਜ਼ਲਾਂ ਦੇ ਵਿੱਚ, ਇਹਨਾਂ ਦੋਨਾਂ ਰਚਨਾਵਾਂ ਦੇ ਵਿੱਚ ਕਵੀ ਨੇ ਮਹਿਬੂਬ ਤੇ ਮਹਿਬੂਬਾ ਦੇ ਆਪਸ ਵਿਛੋੜੇ ਦੀ ਗੱਲ ਕੀਤੀ ਹੈ। ਉਸ ਵਿਛੋੜੇ ਨੂੰ ਭਾਵਪੂਰਨ ਢੰਗ ਨਾਲ ਪੇਸ਼ ਕੀਤਾ, ਕੋਈ ਲਾਂਭਾ ਨਹੀਂ ਦਿੱਤਾ, ਕੋਈ ਇਸ ਤਰ੍ਹਾਂ ਦੇ ਦਰਦ ਦੀ ਗੱਲ ਹੀ ਹੈ, ਸਿਰਫ ਇਕੱਲੀ ਕਿ ਇੱਕ ਦੂਜੇ ਤੋਂ ਬਗੈਰ ਕਿਸ ਤਰ੍ਹਾਂ ਜ਼ਿੰਦਗੀ ਲੰਘ ਰਹੀ ਹੈ ਉਹਦੇ ਹਾਲਤ ਦੀ ਗੱਲ ਕੀਤੀ ਹੈ, ਉਸਦੇ ਹਵਾਲਿਆਂ ਦੀ ਗੱਲ ਕੀਤੀ ਹੈ, ਸਾਰੇ ਹਾਲ ਦੀ ਗੱਲ, ਉਸ ਦੀ ਜਿੰਨੀ ਵੀ ਹਾਲਤ ਹੁੰਦੀ ਹੈਗੀ ਹੈ ਉਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਬੜੀ ਸਫਲਤਾ ਦੇ ਨਾਲ ਚਰਚਾ ਕੀਤੀ ਹੈ। ਕੋਈ ਲਾਂਭਾ ਨਹੀਂ ਹੈਗਾ, ਕੋਈ ਕਿਸੇ ਨੂੰ ਮਾੜਾ ਨਹੀਂ ਕਿਹਾ ਗਿਆ, ਇੱਦਾਂ ਦੀ ਕੋਈ ਇਸ ਸ਼ਾਇਰੀ ਦੇ ਵਿੱਚ ਗੱਲ ਨਹੀਂ ਲਿਖੀ, ਸਿਰਫ ਮੁਹੱਬਤ ਤੇ ਪਿਆਰ ਦੀ ਗੱਲ ਕੀਤੀ ਹੈ, ਆਪਣੇ ਸਾਥੀ ਦੀ ਖੁਸ਼ੀ ਦੀ ਕਾਮਨਾ ਕੀਤੀ ਗਈ ਹੈ, ਅਰਜ਼ੋਈ ਕੀਤੀ ਗਈ ਹੈ ਰੱਬ ਅੱਗੇ ਔਰ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਖੁਸ਼ ਰਹੇ, ਇਸ ਤਰ੍ਹਾਂ ਦੀ ਗੱਲ ਕੀਤੀ ਗਈ ਹੈ। ਸੋ ਵਿਦਿਆਰਥੀਓ ਅੱਜ ਆਪਾਂ ਇਸ ਲੈਕਚਰ ਦੇ ਵਿੱਚ ਇੰਨੀ ਗੱਲ ਹੀ ਕਰਨੀ ਸੀ। ਡਾਕਟਰ ਜਗਤਾਰ ਦੇ ਜੀਵਨ ਵੇਰਵੇ ਬਾਰੇ ਗੱਲ ਕੀਤੀ ਹੈ ਔਰ ਉਹਦੀਆਂ ਦੋਨੇ ਗਜ਼ਲਾਂ ਦੇ ਸਰਲ ਅਰਥ ਕੀਤੇ। ਹੁਣ ਤੁਸੀਂ ਇਹਨਾਂ ਨੂੰ ਸਮਝ ਕੇ ਚੰਗੀ ਤਰ੍ਹਾਂ ਜਿਹੜੇ ਕੁਐਸਚਨ ਪੈਦਾ ਹੋਣਗੇ ਉਹਨਾਂ ਦੇ ਆਨਸਰ ਦੇ ਦਿਓਗੇ ਤੁਸੀਂ, ਤੇ ਅਗਲੇ ਲੈਕਚਰਾਂ ਦੇ ਵਿੱਚ ਆਪਾਂ ਅਗਲੇ ਕਵੀਆਂ ਦੀ ਗੱਲ ਕਰਾਂਗੇ। ਅੱਜ ਦਾ ਲੈਕਚਰ ਆਪਣਾ ਇੱਥੇ ਹੀ ਖਤਮ ਹੋ ਰਿਹਾ ਹੈ।